ਵਿਦਿਆਰਥੀਓ, ਸਾਡੇ ਲੈਕਚਰ ਦਾ ਵਿਸ਼ਾ ਨਜਾਬਤ ਦਾ ਜੀਵਨ ਅਤੇ ਉਸ ਦੀ ਰਚਨਾ ਹੈ। ਸਭ ਤੋਂ ਪਹਿਲਾਂ ਜਾਣ ਪਛਾਣ ਵਿੱਚ ਅਸੀਂ ਨਜਾਬਤ ਬਾਰੇ ਜਾਣਦੇ ਹਾਂ। ਜਾਣ ਪਹਿਚਾਣ ਦਮੋਦਰ ਅਤੇ ਵਾਰਸ ਵਾਂਗ ਨਜਾਬਤ ਦੀ ਕਲਾ ਨੂੰ ਹਰ ਪੱਖੋਂ ਟੁਣਕਾ ਕੇ ਵੇਖਿਆ ਜਾ ਸਕਦਾ ਹੈ। ਜੇ ਦਮੋਦਰ ਦੇ ਟਾਕਰੇ ਦੀ ਕੋਈ ਹੀਰ ਹੈ ਤਾਂ ਉਹ ਵਾਰਸ ਦੀ ਹੀਰ ਹੈ, ਅਤੇ ਜੇ ਨਜਾਬਤ ਜਿਹੀ ਕੋਈ ਵਾਰ ਹੈ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ ਹੈ। ਇੱਥੋਂ ਸਹਿਜੇ ਹੀ ਅਸੀਂ ਨਜਾਬਤ ਦੀ ਸਾਹਿਤਕ ਪ੍ਰਮਾਣਿਕਤਾ ਤੋਂ ਜਾਣੂ ਹੁੰਦੇ ਹਾਂ। ਹੁਣ ਅਸੀਂ ਨਜਾਬਤ ਦੇ ਜੀਵਨ ਬਾਰੇ ਗੱਲ ਕਰਦੇ ਹਾਂ। ਜੀਵਨ ਨਜਾਬਤ ਦਾ ਸੰਬੰਧ ਹਰਲ ਰਾਜਪੂਤਾਂ ਨਾਲ ਦੱਸਿਆ ਜਾਂਦਾ ਹੈ, ਭਾਵ ਨਜਾਬਤ ਹਰਲ ਰਾਜਪੂਤਾਂ ਵਿੱਚੋਂ ਦੱਸਿਆ ਜਾਂਦਾ ਹੈ ਅਤੇ ਸ਼ਾਹਪੁਰ ਦੇ ਜ਼ਿਲ੍ਹਾ ਮਟੀਲਾ ਹਰਲਾਂ ਵਿੱਚ ਉਸ ਦਾ ਵਸੇਬਾ ਮੰਨਿਆ ਜਾਂਦਾ ਹੈ। ਭਾਵ ਸ਼ਾਹਪੁਰ ਜੋ ਜਗ੍ਹਾ ਹੁਣ ਪਾਕਿਸਤਾਨ ਵਿੱਚ ਹੈ, ਜ਼ਿਲ੍ਹਾ ਮਟੀਲਾ ਹਰਲਾਂ ਦਾ ਉਹ ਵਸਨੀਕ ਸੀ। 19ਵੀਂ ਸਦੀ ਦੇ ਮੁੱਢ ਵਿੱਚ ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਪੰਜਾਬ ਵਿੱਚ ਸਥਾਪਿਤ ਹੋ ਚੁੱਕੀ ਸੀ, ਭਾਵ ਉਸ ਦੀ ਹਕੂਮਤ ਨੇ ਪੱਕੇ ਪੈਰ ਜਮਾ ਲਏ ਸਨ, ਉਹ ਸਮਾਂ ਵਿਦਵਾਨ ਨਜਾਬਤ ਦਾ ਜੀਵਨ ਸਮਾਂ ਮੰਨਦੇ ਹਨ। ਨਜਾਬਤ ਦੀ ਔਲਾਦ ਹੁਣ ਵੀ ਮਟੀਲਾ ਹਰਲਾਂ ਵਿੱਚ ਆਬਾਦ ਹੈ। ਵਿਦਿਆਰਥੀਓ, ਹੁਣ ਅਸੀਂ ਗੱਲ ਕਰਦੇ ਹਾਂ ਨਾਦਰ ਸ਼ਾਹ ਦੀ ਵਾਰ ਬਾਰੇ, ਭਾਵ ਰਚਨਾ ਬਾਰੇ। ਨਾਦਰ ਸ਼ਾਹ ਦੀ ਵਾਰ ਪੰਜਾਬੀ ਸਾਹਿਤ ਜਗਤ ਵਿੱਚ ਅਨੇਕਾਂ ਨਾਵਾਂ ਜਿਵੇਂ ਨਜਾਬਤ ਦੀ ਵਾਰ, ਨਾਦਰ ਸ਼ਾਹ ਦੀ ਪੌੜੀ ਨਾਂ ਨਾਲ ਪ੍ਰਸਿੱਧ ਹੈ। ਪੰਜਾਬੀ ਸਾਹਿਤ ਦੇ ਬੀਰ ਕਾਵਿ ਵਿੱਚ ਇਹ ਵਾਰ ਇੱਕ ਵਿਸ਼ੇਸ਼ ਥਾਂ ਰੱਖਦੀ ਹੈ। ਇਸ ਵਾਰ ਦਾ ਵਿਸ਼ਾ ਨਾਦਰ ਸ਼ਾਹ ਦਾ ਭਾਰਤ ਉੱਤੇ ਸੰਨ 1739 ਈਸਵੀ ਵਿੱਚ ਹੋਇਆ ਹਮਲਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਅਜੇ ਤੱਕ ਇਹ ਵਾਰ ਲਿਖਤ ਰੂਪ ਵਿੱਚ ਪ੍ਰਾਪਤ ਨਹੀਂ ਹੋਈ ਹੈ। ਇਸ ਵਾਰ ਦੀ ਪ੍ਰਾਪਤੀ ਦੀ ਵੀ ਇੱਕ ਵਿਚਿੱਤਰ ਗਾਥਾ ਹੈ। ਪੰਜਾਬ ਦਾ ਗਵਰਨਰ ਸਰ ਐਡਵਰਡ ਮੈਨਲਾਗਨ, ਜੋ ਇੱਕ ਸਾਹਿਤ ਪ੍ਰੇਮੀ ਸੀ, ਸਾਹਿਤ ਰਸੀਆ ਵਿਅਕਤੀ ਸੀ, ਨੇ ਇਸ ਵਾਰ ਦੇ ਕੁਝ ਬੰਦ ਗੁਜਰਾਂਵਾਲਾ ਇਲਾਕੇ ਵਿੱਚ ਇੱਕ ਮਰਾਸੀ ਪਾਸੋਂ ਸੁਣੇ ਅਤੇ ਉਹ ਇਸ ਵਾਰ ਦੇ ਪ੍ਰਵਾਹ ਅਤੇ ਭਾਸ਼ਾ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਵਾਰ ਨੂੰ ਇਕੱਤਰ ਕਰਨ ਦਾ ਫੈਸਲਾ ਕੀਤਾ। ਉਸਨੇ ਇਕੱਤਰ ਕਰਨ ਲਈ ਇਹ ਕੰਮ ਮਹਿਕਮਾ ਮਾਲ ਦੇ ਇੱਕ ਅਫਸਰ ਪੰਡਤ, ਜਿਨ੍ਹਾਂ ਦਾ ਨਾਮ ਪੰਡਤ ਹਰੀ ਕ੍ਰਿਸ਼ਨ ਕੌਲ ਸੀ, ਉਹਨਾਂ ਨੂੰ ਸੌਂਪਿਆ। ਪੰਡਤ ਜੀ ਨੇ ਬੜੀ ਲਗਨ ਅਤੇ ਮਿਹਨਤ ਨਾਲ ਇਸ ਕੰਮ ਨੂੰ ਨੇਪਰੇ ਲਾਇਆ, ਸਿਰੇ ਚੜ੍ਹਾਇਆ। ਉਹਨਾਂ ਨੇ 2 ਵਿਅਕਤੀਆਂ, ਜੀਵਨ ਮਰਾਸੀ ਪਿੰਡ ਅਜਨਈਆ ਵਾਲਾ ਤਹਿਸੀਲ ਖਾਨਡੋਗਰਾ ਅਤੇ ਦੂਜਾ ਮੂਲਾ ਬਖਸ਼ ਮਰਾਸੀ ਪਿੰਡ ਬੁੱਧਾ ਕੀ ਤਹਿਸੀਲ ਸ਼ੱਕਰਪੁਰ ਜ਼ਿਲ੍ਹਾ ਗੁਜਰਾਂਵਾਲਾ ਪਾਸੋਂ ਇਹ ਵਾਰ ਸੁਣ ਕੇ ਕਲਮਬੱਧ ਕੀਤੀ। ਵਿਦਿਆਰਥੀਓ, ਪੰਡਤ ਹਰੀ ਕ੍ਰਿਸ਼ਨ ਕੌਲ ਨੇ 2 ਮਰਾਸੀਆਂ ਪਾਸੋਂ ਇਹ ਵਾਰ ਸੁਣ ਕੇ ਇਸ ਨੂੰ ਲਿਖਤੀ ਰੂਪ ਦਿੱਤਾ ਅਤੇ ਇਸ ਵਾਰ ਦੀ ਛਾਣਬੀਨ ਅਤੇ ਸੰਪਾਦਨ ਕਰਕੇ ਜਨਰਲ ਆਫ ਦੀ ਪੰਜਾਬ ਹਿਸਟੋਰੀਕਲ ਸੁਸਾਇਟੀ ਔਨ ਨਾਦਰ ਸ਼ਾਹ ਸਿਰਲੇਖ ਹੇਠ ਰੋਮਨ ਅੱਖਰਾਂ ਵਿੱਚ ਸੰਨ 1912 ਈਸਵੀ ਵਿੱਚ ਪ੍ਰਕਾਸ਼ਿਤ ਕਰਵਾਇਆ। ਭਾਵ ਮੌਖਿਕ ਵਾਰ ਨੂੰ ਲਿਖਤੀ ਰੂਪ ਇੱਕ ਅੰਗਰੇਜ਼ੀ ਅਫਸਰ ਦੀ ਪ੍ਰੇਰਨਾ ਸਦਕਾ ਇੱਕ ਪੰਡਤ ਜੀ ਨੇ 1912 ਵਿੱਚ ਦਿੱਤਾ। ਪੰਡਤ ਜੀ ਨੇ ਇਸ ਵਾਰ ਦਾ ਅੰਗਰੇਜ਼ੀ ਵਿੱਚ ਵੀ ਅਨੁਵਾਦ ਕਰਕੇ ਨਾਲ ਹੀ ਪ੍ਰਕਾਸ਼ਿਤ ਕਰਵਾ ਦਿੱਤਾ ਸੀ। ਪੰਡਤ ਜੀ ਨੇ ਇਸ ਵਾਰ ਨੂੰ ਇਤਨੀ ਮਿਹਨਤ ਅਤੇ ਲਗਨ ਨਾਲ ਇਕੱਠਾ ਕਰਕੇ ਸੰਪਾਦਨ ਕੀਤਾ ਕਿ ਇਹ ਵਾਰ ਲਗਭਗ ਪੂਰੀ ਹੀ ਲੱਗਦੀ ਹੈ। ਭਾਵੇਂ ਉਹ ਆਪ ਇਸ ਵਾਰ ਦੀ ਭੂਮਿਕਾ ਵਿੱਚ ਲਿਖਦੇ ਹਨ, ਮੇਰੇ ਪਾਸ ਅਜੇ ਵੀ ਬਹੁਤ ਸਾਰੇ ਬੰਦ ਅਜਿਹੇ ਪਏ ਹਨ ਜੋ ਘਟਨਾ ਅਤੇ ਪ੍ਰਸੰਗ ਦੇ ਅਨੁਕੂਲ ਨਾ ਹੋਣ ਕਰਕੇ ਇਸ ਵਿੱਚ ਪ੍ਰਕਾਸ਼ਿਤ ਨਹੀਂ ਹੋ ਸਕੇ। ਅਸਲ ਵਿੱਚ ਇਹ ਵਾਰ ਲਿਖਤ ਰੂਪ ਵਿੱਚ ਤਾਂ ਅਜੇ ਤੱਕ ਵੀ ਪ੍ਰਾਪਤ ਨਹੀਂ ਹੋਈ ਹੈ। ਕਈ ਵਾਰ ਗਵਈਏ ਕਥਾ ਵਿਸਤਾਰ ਲਈ ਕੁਝ ਬੰਦ ਆਪਣੇ ਕੋਲੋਂ ਵੀ ਜੋੜ ਲੈਂਦੇ ਹਨ। ਉਸ ਤੋਂ ਮਗਰੋਂ ਅਨੇਕਾਂ ਵਿਦਵਾਨਾਂ
ਜਿਵੇਂ ਬਾਬਾ ਬੁੱਧ ਸਿੰਘ, ਬਾਬਾ ਕਰਤਾਰ ਸਿੰਘ, ਪ੍ਰੋਫੈਸਰ ਪਿਆਰਾ ਸਿੰਘ, ਡਾਕਟਰ ਕੁਲਵੰਤ ਸਿੰਘ ਆਦਿ ਸੰਪਾਦਨ ਕਰਕੇ ਪ੍ਰਕਾਸ਼ਿਤ ਕਰਵਾ ਚੁੱਕੇ ਹਨ। ਪਰ ਸਭ ਦਾ ਆਧਾਰ ਪੰਡਤ ਹਰੀ ਕ੍ਰਿਸ਼ਨ ਕੋਲ ਵੱਲੋਂ ਪ੍ਰਕਾਸ਼ਿਤ ਹੋਈ ਵਾਰ ਹੀ ਹੈ। ਇਸ ਵਾਰ ਦੇ ਕਰਤੇ ਦੇ ਜੀਵਨ ਬਾਰੇ ਅਜੇ ਤੱਕ ਲਿਖਤੀ ਰੂਪ ਵਿੱਚ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਲਿਖਤੀ ਪ੍ਰਮਾਣਾਂ ਦੀ ਅਣਹੋਂਦ ਕਾਰਨ ਭਾਵ ਇਸ ਵਾਰ ਦੇ ਕਰਤੇ ਦਾ ਜੀਵਨ ਬਾਰੇ ਵੀ ਕਾਫੀ ਭਰਮ ਭੁਲੇਖੇ ਹਨ ਅਤੇ ਵਾਰ ਕਦੋਂ ਰਚੀ ਗਈ ਇਸ ਬਾਰੇ ਭਰਮ ਭੁਲੇਖੇ ਹਨ। ਪਰ ਲਿਖਤੀ ਪ੍ਰਮਾਣਾਂ ਦੀ ਅਣਹੋਂਦ ਕਾਰਨ ਪੰਜਾਬੀ ਸਾਹਿਤ ਦੇ ਵਿਦਵਾਨਾਂ ਦੇ ਮਨਾਂ ਵਿੱਚ ਇਸ ਵਾਰ ਦੇ ਕਰਤੇ ਬਾਰੇ ਲਈ ਕਈ ਤਰ੍ਹਾਂ ਦੇ ਭਰਮ ਪੈਦਾ ਹੋ ਚੁੱਕੇ ਹਨ। ਪੰਡਤ ਜੀ ਖੁਦ ਭੂਮਿਕਾ ਵਿੱਚ ਲਿਖਦੇ ਹਨ ਕਿ ਇਹ ਹੀ ਲੋਕ ਆਖਦੇ ਨੇ ਕਿ ਇਸ ਵਾਰ ਦਾ ਅਸਲ ਕਰਤਾ ਸੈਯਦ ਸ਼ਾਹ ਚਿਰਾਗ ਪਿੰਡ ਸ਼ਾਹ ਚਿਰਾਗ ਪਾਕਿਸਤਾਨ ਦਾ ਵਸਨੀਕ ਸੀ ਅਤੇ ਇਸ ਦੇ ਪਿੱਛੋਂ ਇਸ ਦੇ ਚੇਲੇ ਨਜਾਬਤ ਨੇ ਵਾਰ ਨੂੰ ਸੋਹਣਾ ਰੂਪ ਦਿੱਤਾ, ਆਪਣੇ ਨਾਂ ਨਾਲ ਵੀ ਜੋੜ ਦਿੱਤਾ। ਪਰ ਇਸ ਦੇ ਖਿਆਲ ਨੂੰ ਪੰਡਤ ਜੀ ਮੰਨਣ ਯੋਗ ਨਹੀਂ ਸਮਝਦੇ, ਕਿਉਂਕਿ ਸ਼ਾਹ ਚਿਰਾਗ ਸੈਯਦ ਹੋਣ ਕਰਕੇ ਹਿੰਦੂਆਂ ਦੇ ਖਿਆਲਾਂ ਨੂੰ ਜੋ ਵਾਰ ਵਿੱਚ ਕਈ ਥਾਂ ਮਿਲਦੇ ਹਨ ਵਾਰ ਵਿੱਚ ਸ਼ਾਮਲ ਨਹੀਂ ਸੀ ਕਰ ਸਕਦਾ। ਨਾਦਰ ਸ਼ਾਹ ਦੀ ਵਾਰ ਦੇ ਸਾਰੇ ਸੰਪਾਦਕ ਸਮੇਤ ਬਾਬਾ ਬੁੱਧ ਸਿੰਘ, ਪੰਡਤ ਹਰੀ ਕ੍ਰਿਸ਼ਨ ਕੋਲ ਦੇ ਇਹਨਾਂ ਵਿਚਾਰਾਂ ਨਾਲ ਸਹਿਮਤ ਹਨ ਤੇ ਵਾਰ ਵਿਚਲੇ ਹਿੰਦੂ ਮਿਥਿਹਾਸਿਕ ਹਵਾਲਿਆਂ ਦੇ ਆਧਾਰ 'ਤੇ ਸੈਯਦ ਸ਼ਾਹ ਚਿਰਾਗ ਨੂੰ ਇਸ ਵਾਰ ਦਾ ਕਰਤਾ ਨਹੀਂ ਮੰਨਦੇ। ਭਾਵ ਅਸੀਂ ਪੂਰਨ ਤੌਰ 'ਤੇ ਕਹਿ ਸਕਦੇ ਹਾਂ ਕਿ ਇਸ ਵਾਰ ਦੇ ਕਰਤੇ ਬਾਰੇ ਜੋ ਭਰਮ ਭੁਲੇਖੇ ਹਨ ਉਹ ਗਲਤ ਹਨ ਅਤੇ ਇਹ ਪੂਰਨ ਤੌਰ 'ਤੇ ਨਜਾਬਤ ਵੱਲੋਂ ਹੀ ਲਿਖੀ ਗਈ ਵਾਰ ਹੈ। ਰਚਨਾ ਤੋਂ ਬਾਅਦ ਹੁਣ ਅਸੀਂ ਨਜਾਬਤ ਦੀ ਰਚਨਾ ਦ੍ਰਿਸ਼ਟੀ ਬਾਰੇ ਗੱਲ ਕਰਦੇ ਹਾਂ। ਨਜਾਬਤ ਨੇ ਇਸ ਵਾਰ ਦਾ ਆਰੰਭ ਮੰਗਲਾਚਰਨਾ ਕੀਤਾ ਹੈ, ਜਿਸ ਵਿੱਚ ਉਹ ਸਰਬ ਸ਼ਕਤੀਮਾਨ ਪਰਮਾਤਮਾ ਦੀ ਵਡਿਆਈ ਕਰਦਾ ਹੈ, ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ। ਉਸ ਤੋਂ ਮਗਰੋਂ ਮੁਸਲਮਾਨ ਧਰਮ ਦੀ ਪਵਿੱਤਰ ਪੁਸਤਕ ਕੁਰਾਨ ਨੂੰ ਰੱਬ ਦਾ ਪ੍ਰਤੀਨਿਧ ਮੰਨਦਾ ਹੋਇਆ ਕਵੀ ਲਿਖਦਾ ਹੈ ਕਿ ਉਹ ਕੁਝ ਹੀ ਹੁੰਦਾ ਹੈ ਜੋ ਕੁਰਾਨ ਸ਼ਰੀਫ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ ਨੇ ਬਹੁਤ ਚਿਰ ਪਹਿਲਾਂ ਲਿਖ ਦਿੱਤਾ ਸੀ, ਜਿਵੇਂ ਕਿ ਸਹੀ ਸੱਚ ਖੁਦਾਵੰਦ ਬਾਦਸ਼ਾਹ, ਸੱਚੇ ਕੰਮ ਤੇਰੇ ਸੁਬਹਾਨਾ, ਸਰ ਪਰ ਉਹੀ ਹੋਸੀਆਂ ਜਿਹੜੀ ਲਿਖੀ ਏ ਵਿੱਚ ਕੁਰਾਨਾ। ਮੰਗਲਾਚਰਨ ਤੋਂ ਮਗਰੋਂ ਕਵੀ ਮੁਗਲ ਦਰਬਾਰ ਵਿੱਚ ਮੌਜੂਦ ਅਮੀਰਾਂ ਵਜ਼ੀਰਾਂ ਦੀ ਰਾਜਨੀਤਿਕ ਗਿਰਾਵਟ ਨੂੰ ਬਿਆਨ ਕਰਦਾ ਹੈ, ਜਿਸ ਵਿੱਚ ਸਥਾਪਤ ਕਦਰਾਂ ਕੀਮਤਾਂ ਟੁੱਟ ਰਹੀਆਂ ਸਨ ਅਤੇ ਨਵੀਆਂ ਕਦਰਾਂ ਕੀਮਤਾਂ ਸਥਾਪਿਤ ਨਹੀਂ ਸਨ ਹੋਈਆਂ। ਧਰਤੀ ਉੱਪਰ ਜ਼ੁਲਮ ਵਰਤ ਰਿਹਾ ਸੀ, ਝੂਠ ਮਕਰ ਫਰੇਬ ਦਾ ਬੋਲਬਾਲਾ ਸੀ, ਚੋਰ ਉਚੱਕਾ ਚੌਧਰੀ ਬਣ ਚੁੱਕਿਆ ਸੀ। ਇਹ ਉਚੱਕੇ ਲੋਕ ਹੀ ਨਿਆਂਕਾਰ ਸਨ, ਨੌਕਰ ਜਿਨ੍ਹਾਂ ਦਾ ਮੁੱਖ ਕਰਤੱਵ ਆਪਣੇ ਮਾਲਕ ਦੀ ਰੱਖਿਆ ਕਰਨਾ ਹੁੰਦਾ ਸੀ। ਇਸ ਕਾਲ ਵਿੱਚ ਉਹੀ ਮਾਲਕ ਨੂੰ ਮਾਰ ਰਹੇ ਸਨ। ਇਸਤਰੀ ਪੁਰਸ਼ ਦੇ ਸੰਬੰਧਾਂ ਵਿੱਚ ਵੀ ਪਰਿਵਰਤਨ ਆ ਗਿਆ ਸੀ। ਹੁਣ ਮਰਦਾਂ ਦਾ ਇਸਤਰੀਆਂ ਉੱਪਰ ਰੋਹਬ ਖਤਮ ਹੋ ਰਿਹਾ ਸੀ ਅਤੇ ਇਸਤਰੀ ਦਾ ਦਬਦਬਾ
ਪੁਰਸ਼ ਉੱਪਰ ਵੱਧ ਰਿਹਾ ਸੀ। ਕਵੀ ਸਮਕਾਲੀਨ ਸਮਾਜ ਦੀ ਸਮਾਜਕ, ਸਦਾਚਾਰਕ ਅਤੇ ਨਿਗਰਤੀ ਸਥਿਤੀ ਵੇਖ ਕੇ ਡਰਦਾ ਵੀ ਹੈ ਅਤੇ ਸੋਚਦਾ ਹੈ ਮਨੁੱਖ ਦੇ ਇਹ ਨੀਚ ਕਰਮਾਂ ਕਾਰਨ ਕੋਈ ਰੱਬੀ ਕਹਿਰ ਵਰਤਣ ਵਾਲਾ ਹੈ। ਕਵੀ ਪਰਮਾਤਮਾ ਪਾਸ ਅਰਦਾਸ ਕਰਦਾ ਹੈ ਕਿ ਹੇ ਦਿਆਲੂ, ਕਿਰਪਾਲੂ, ਦੁਨੀਆ ਦੇ ਪਾਲਕ, ਦੁਨੀਆ ਦੇ ਮਾਲਕ, ਤੂੰ ਸੰਸਾਰ ਉੱਪਰ ਮਿਹਰ ਰੱਖਣ ਵਾਲਾ ਹੈ। ਜਿਵੇਂ ਸਦੀ ਨਬੀ ਦੀ 12ਵੀਂ ਵੱਡੇ ਫਿਕਰ ਪਿਆ ਖਾਨਦਾਨਾ, ਜ਼ੁਲਮ ਜਮੀ 'ਤੇ ਵਰਤਿਆ ਕੂੜ ਮਕਰ ਬਹਾਨਾ, ਭਾਜੀ ਦਗੇ ਫਰੇਬ ਦੀ ਵਿੱਚ ਫਿਰੀ ਜਹਾਨਾ, ਮੁਸਾਹਿਬ ਤੇ ਚੋਰ ਕਚਹਿਰੀਆਂ ਲਾ ਬਹਿਨ ਦੀਵਾਨਾ, ਚੜ ਨੌਕਰ ਖੋਂਦੇ ਬਾਦਸ਼ਾਹ ਉਲਟ ਗਿਆ ਜ਼ਮਾਨਾ, ਪਰ ਰੱਬਾ ਰੱਖ ਨਿਗਾਹ ਵਿੱਚ ਪਾਕ ਪਰਵਰਦੀਗਾਰ ਰਹਿਮਾਨਾ। ਮੁਗਲ ਦਰਬਾਰ ਦੇ ਅਮੀਰਾਂ ਦੇ ਇਖਲਾਕੀ ਪਤਨ ਤੋਂ ਮਗਰੋਂ ਕਵੀ ਦਿੱਲੀ ਨੂੰ ਲੜਾਈ ਦੀ ਜੜ ਦੇ ਰੂਪ ਵਿੱਚ ਚਿੱਤਰਦਾ ਹੈ, ਆਪਣੀ ਜਿਸ ਵਿੱਚ ਪ੍ਰਾਪਤੀ ਲਈ ਤੋਮਰਾਂ, ਚੌਹਾਨਾਂ, ਗੋਰੀ, ਪਠਾਨਾਂ, ਮੁਗਲਾਂ ਆਦਿ ਨੇ ਖੂਨ ਦੀ ਨਦੀਆਂ ਵਗਾਈਆਂ, ਪਰ ਹਮੇਸ਼ਾ ਲਈ ਇਹ ਕਿਸੇ ਦੀ ਵੀ ਨਹੀਂ ਹੋਈ, ਭਾਵ ਦਿੱਲੀ ਦੀ ਗੱਦੀ ਕਿਸੇ ਦੀ ਵੀ ਨਹੀਂ ਹੋਈ। ਉਸ ਤੋਂ ਮਗਰੋਂ ਮੁਗਲ ਸਮਰਾਟ ਫਰਖਸ਼ੀਰ ਤੇ ਸੈਯਦ ਭਰਾਵਾਂ ਅਬਦੁੱਲਾ ਖਾਂ ਤੇ ਹੁਸੈਨ ਅਲੀ ਦੇ ਕਤਲ ਦਾ ਬਿਆਨ ਕਰਦਾ ਹੈ। ਨਾਦਰ ਸ਼ਾਹ ਦੇ ਹਮਲੇ ਦਾ ਕਾਰਨ ਨਿਜ਼ਾਮ ਉਲ ਮੁਲਕ ਤੇ ਖਾਨ ਦੋਰਾ ਦੀ ਆਪਸੀ ਲੜਾਈ ਹੈ। ਖਾਨ ਦੋਰਾ ਜੋ ਸ਼ਾਹ ਮੁਹੰਮਦ ਦਾ ਚਹੇਤਾ ਸੀ, ਦਰਬਾਰ ਵਿੱਚ ਨਿਜ਼ਾਮ ਉਲ ਮੁਲਕ ਨੂੰ ਦੱਖਣੀ ਬਾਂਦਰ ਕਹਿ ਕੇ ਬੇਇੱਜ਼ਤੀ ਕਰਦਾ ਹੈ, ਜਿਸ ਦਾ ਬਦਲਾ ਲੈਣ ਲਈ ਨਿਜ਼ਾਮ ਨੂੰ ਨਾਦਰ ਸ਼ਾਹ ਦੀ ਸਹਾਇਤਾ ਲੈਣੀ ਪਈ ਸੀ। ਜਿਵੇਂ ਕਵੀ ਲਿਖਦਾ ਹੈ, ਨਿਜ਼ਾਮ ਉਲ ਮੁਲਕ ਨੂੰ ਖਾਨ ਦੋਰਾ ਲਾਏ, ਕਿਬਲਾ ਬੁੱਢਾ ਬਾਂਦਰੀ ਦੱਖਣੀ ਮੁਜਰੇ ਕੋ ਆਏ, ਉਹ ਸਾਰੇ ਕਚਹਿਰੀ ਬਾਦਸ਼ਾਹ ਕਰ ਟੋਕ ਹਸਾਏ, ਨਿਜ਼ਾਮੁਲ ਸੁਨਿਆ ਕੰਨੀ ਆਪਣੀ ਦੁੱਖ ਦਿਲ ਵਿੱਚ ਲਾਏ, ਉਹ ਤੀਰ ਕਲੇਜੇ ਵਰਮ ਦਾ ਦਿਹੋਂ ਰਾਤ ਹੰਡਾਏ, ਪਾ ਲੱਗੀ ਸੀ ਦਾਉਨੋ ਅੰਗਿਆਰ ਖਿੰਡਾਏ, ਕਰ ਮਨਸੂਬਾ ਮਾਰਦਾ ਉਦਮਾਂਦ ਉਠਾਏ, ਘਰ ਦੇ ਪੇਟ ਨਾਲ ਦਹਿਸਰ ਮਾਰਿਆ ਸੜ ਲੰਕਾ ਜਾਏ। ਇਸ ਘਰੇਲੂ ਲੜਾਈ ਤੋਂ ਇਲਾਵਾ ਕਵੀ ਨਾਦਰ ਸ਼ਾਹ ਤੇ ਮੁਹੰਮਦ ਸ਼ਾਹ ਦੀ ਆਪਸੀ ਲੜਾਈ ਦਾ ਕਾਰਨ ਦੋ ਪੁਰਾਣਿਕ ਪਾਤਰਾਂ ਕਲ ਅਤੇ ਨਾਰਦ ਨੂੰ ਬਣਾਉਂਦਾ ਹੈ। ਕਲ ਤੇ ਨਾਰਦ ਜੋ ਪਤੀ ਪਤਨੀ ਦੇ ਰੂਪ ਵਿੱਚ ਰਹਿੰਦੇ ਹਨ, ਦੋਵੇਂ ਆਪਸ ਵਿੱਚ ਲੜ ਪੈਂਦੇ ਹਨ। ਕਲ ਪਹਿਲਾਂ ਮੁਹੰਮਦ ਸ਼ਾਹ ਪਾਸ ਜਾ ਕੇ ਉਸ ਦੇ ਅਮੀਰਾਂ ਤੇ ਵਜ਼ੀਰਾਂ ਦੀ ਆਪਸੀ ਗੁੱਟਬੰਦੀ ਬਾਰੇ ਸੁਚੇਤ ਕਰਵਾਉਂਦੀ ਹੈ। ਜਿਵੇਂ ਕਵੀ ਲਿਖਦਾ ਹੈ, ਬਣ ਦਿੱਲੀ ਮੁਹੰਮਦ ਸ਼ਾਹ ਅੱਗੇ ਕਲ ਅਰਜ਼ਾ ਕਰਦੀ, ਕਿਬਲਾ ਮੈਂ ਵੀ ਬਾਜ ਖੁਦਾ ਦੇ ਕਿਸੇ ਨਾ ਡਰਦੀ। ਅਤੇ ਇੱਕ ਥਾਂ ਹੋਰ ਕਵੀ ਲਿਖਦਾ ਹੈ, ਜਿਤਨੇ ਤੇਰੇ ਉਮਰਾਂ ਵਿੱਚ ਇੱਕ ਨਾ ਦਰਦੀ, ਸਰ ਪਰ ਜੋੜਾ ਮਾਰੀਏ ਜੁਗ ਫੁੱਟੇ ਨਰਦੀ, ਤੂੰ ਛੱਡ ਦੇ ਮਾਨ ਜਹਾਨ ਦਾ ਰੱਖ ਤਲਬ ਸਫਰ ਦੀ, ਸਰ ਪਰ ਇੱਕ ਦਿਨ ਆਵਸੀ ਔਰ ਰਾਤ ਕਬਰ ਦੀ। ਦੋਵੇਂ ਪੁਰਾਣਿਕ ਪਾਤਰ ਆਪਸ ਵਿੱਚ ਲੜ ਕੇ ਇੱਕ ਦੂਜੇ ਤੋਂ ਬਦਲਾ ਲੈਣ ਲਈ ਕੱਲ ਈਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਨੂੰ ਭਾਰਤ ਦੀ ਖਸਤਾ ਹਾਲਾਤ ਦਾ ਬਿਆਨ ਕਰਕੇ ਮੁਹੰਮਦ ਸ਼ਾਹ ਦੇ ਪੂਰਵਜ ਤੈਮੂਰ ਵੱਲੋਂ ਈਰਾਨ ਉੱਤੇ ਕੀਤੇ ਅਤਿਆਚਾਰਾਂ ਨੂੰ ਚੇਤੇ ਕਰਵਾਉਂਦਾ ਹੈ। ਹਮਲਾ ਕਰਨ ਲਈ ਉਕਸਾਉਂਦਾ ਹੈ। ਇੱਥੇ ਕਵੀ ਲਿਖਦਾ ਹੈ, ਆਂਦੀ ਅੱਜ ਨਾ ਕੋਈ ਹਿੰਦੁਸਤਾਨ ਵਿੱਚ ਹੈ ਤੇਰਾ ਸਾਨੀ, ਉੱਥੇ ਦੋਵੇਂ ਧਿਰਾਂ ਅਜੋੜੀਆਂ ਈਰਾਨੀ ਤੂਰਾਨੀ, ਤੈਨੂੰ ਰਾਤੀ ਦਿਨ ਉਡੀਕਦੇ ਸਭ ਨਾਸਰ ਖਾਨੀ, ਉਹਨਾਂ ਦੀ ਸ਼ਹਿਰੀ ਰਹੀਆਂ ਨੇ ਹੁੰਡੀਆਂ ਹੱਥ ਪਏ ਖਜ਼ਾਨੀ। ਅਤੇ ਇੱਕ ਥਾਂ ਹੋਰ ਕਵੀ ਲਿਖਦਾ ਹੈ, ਜਦੋਂ ਗਿਆ ਤੈਮੂਰ ਵੀਰਾਨ ਕਰ ਵਲਾਇਤ ਤੁਹਾਡੀ, ਤੇ ਬਾਕੀ ਨਾ ਛੱਡ ਗਿਆ ਕੁਝ ਬੋ ਆਬਾਦੀ, ਤੁਹਾਡੀ ਮਾਲ ਵਲਾਇਤ ਨੂੰ ਲੁੱਟ ਕੇ ਲੈ ਗਏ ਪੰਜਾਬੀ, ਲੈ ਗਏ ਸਿਰੋਂ ਉਤਾਰ ਕੇ ਦਸਤਾਰ,
ਦਸਤਾਰ ਤੁਹਾਡੀ। ਅਤੇ ਦੂਜੇ ਪਾਸੇ ਨਾਰਦ ਮੁਹੰਮਦ ਸ਼ਾਹ ਦੇ ਪਾਸ ਜਾ ਕੇ ਉਸ ਨੂੰ ਉਹਦੇ ਵਜ਼ੀਰਾਂ ਅਤੇ ਅਮੀਰਾਂ ਦੀ ਗਦਾਰੀ ਬਾਰੇ ਸੁਚੇਤ ਕਰਦਾ ਹੈ, ਜੋ ਗੁਪਤ ਚਿੱਠੀਆਂ ਲਿਖ ਕੇ ਈਰਾਨ ਤੋਂ ਨਾਦਰ ਸ਼ਾਹ ਨੂੰ ਸੱਦਾ ਦੇ ਰਹੇ ਸਨ। ਅਤੇ ਨਾਲ ਹੀ ਉਸ ਦੇ ਪੂਰਵਜ ਤੈਮੂਰ ਖਾਂ, ਜਿਸ ਨੂੰ ਇਤਿਹਾਸਕਾਰ ਤਿਮਰਲਗ ਕਹਿੰਦੇ ਹਨ, ਦੀ ਬਹਾਦਰੀ ਅਤੇ ਸੁਰਮਤਾਈ, ਜਿਸ ਨੇ 1396 ਈਸਵੀ ਵਿੱਚ ਈਰਾਨ ਨੂੰ ਫਤਿਹ ਕਰਕੇ ਉਹਨਾਂ ਨੂੰ ਆਪਣੀ ਈਨ ਮਨਵਾਈ ਸੀ, ਨੂੰ ਚੇਤੇ ਕਰਵਾ ਕੇ ਨਾਦਰ ਸ਼ਾਹ ਆਪਣੀ ਲੜਾਈ ਲਈ ਤਿਆਰ ਕਰਦਾ ਹੈ। ਜਦੋਂ ਗਿਆ ਤੈਮੂਰ ਵਲੈਤੀ, ਮੈਂ ਤਦੋਂ ਸਾਂ ਨਾਲ, ਉਸ ਲੁੱਟੀਆਂ ਸਭ ਵਲਾਇਤਾਂ, ਕੀਤੀਆਂ ਪਾਮਾਲ, ਕਰ ਸਿਰੀਆਂ ਦੇ ਦਮਦਮੇ, ਰੱਤੀ ਦੇ ਖਾਲ। ਮੈਂ ਤਦੋਂ ਸੀ ਵਰਤ ਉਪਾਰਿਆ, ਕਤ ਭੋਜਨ ਥਾਲ, ਪਰ ਤੂੰ ਪੀਰ ਚੁਗਤਿਆ, ਬਾਦਸ਼ਾਹ ਅਜ ਰਜ ਖੁਆਲ। ਨਾਦਰ ਸ਼ਾਹ ਭਾਰਤ ਉੱਤੇ ਹਮਲਾ ਕਰਨ ਦੀ ਤਿਆਰੀ ਕਰਦਾ ਹੈ ਅਤੇ ਆਪਣੇ ਭਤੀਜੇ ਨੂੰ ਭਾਰਤ ਦੀ ਅੰਦਰੂਨੀ ਹਾਲਾਤ ਦਾ ਜਾਇਜ਼ਾ ਲੈਣ ਅਤੇ ਮੁਹੰਮਦ ਸ਼ਾਹ ਨੂੰ ਈਨ ਮਨਵਾਉਣ ਲਈ ਸੰਦੇਸ਼ ਭੇਜਦਾ ਹੈ। ਪਰ ਮੁਹੰਮਦ ਸ਼ਾਹ ਨਾਦਰ ਸ਼ਾਹ ਦਾ ਉਕਸਾਇਆ ਹੋਇਆ ਨਾਦਰ ਸ਼ਾਹ ਦਾ ਸੰਦੇਸ਼ ਠੁਕਰਾ ਕੇ ਲੜਾਈ ਲਈ ਤਿਆਰ ਹੋ ਜਾਂਦਾ ਹੈ। ਇਸ ਦਾ ਚਿੱਤਰਨ ਕਵੀ ਨੇ ਉਪਰੋਕਤ ਸਤਰਾਂ ਵਿੱਚ ਕੀਤਾ ਹੈ। ਨਜਾਬਤ ਜਿੱਥੇ ਹਮਲਾਵਰਾਂ ਦੇ ਹਮਲਿਆਂ, ਉਹਨਾਂ ਦੀ ਆਪਸੀ ਲੜਾਈ ਨੂੰ ਆਪਣੀ ਵਾਰ ਦਾ ਵਿਸ਼ਾ ਬਣਾਉਂਦਾ ਹੈ, ਉੱਥੇ ਇਹਨਾਂ ਹਮਲਿਆਂ ਦੌਰਾਨ ਪੰਜਾਬੀ ਅਣਖੀ ਸੂਰਮਿਆਂ ਦੀ ਬਹਾਦਰੀ ਨੂੰ ਵੀ ਆਪਣੀ ਵਾਰ ਦਾ ਵਿਸ਼ਾ ਬਣਾਉਂਦਾ ਹੈ। ਜਦੋਂ ਨਾਦਰ ਸ਼ਾਹ ਪੰਜਾਬ ਦੀ ਲੁੱਟ ਮਾਰ ਕਰਦਾ ਹੋਇਆ ਅੱਗੇ ਵੱਧਦਾ ਹੈ ਤਾਂ ਇਸ ਧਰਤੀ ਦੀ ਰੱਖਿਆ ਲਈ ਜਿਨ੍ਹਾਂ ਬਹਾਦਰਾਂ ਨੇ ਨਾਦਰ ਸ਼ਾਹ ਦੀਆਂ ਫੌਜਾਂ ਨਾਲ ਦੋ ਹੱਥ ਕੀਤੇ ਹਨ, ਉਹਨਾਂ ਦੀ ਬਹਾਦਰੀ ਨੂੰ ਨਜਾਬਤ ਨੇ ਬੜੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਉਹ ਲਿਖਦਾ ਹੈ, ਕਾਕੇ ਖਾਂ ਕਕਸ਼ਾਲ ਨੇ ਰਣ ਕੁੱਟ ਕਤਿਆ ਸੂ ਆਕੇ, ਉਹ ਵੀ ਉੜਕ ਮਾਰਿਆ 8 ਪੈਰ ਲੜਾਈ ਖਾ ਕੇ। ਨਾਲ ਹੀ ਉਹ ਕਬੀਲੇ ਦੀ ਰੱਖਿਆ ਕਰਨ ਵਾਲੇ ਜਾਂ ਕਬੀਲੇ ਦੀ ਰੱਖਿਆ ਕਰਦੇ ਸੁਰਮਗਤੀ ਪ੍ਰਾਪਤ ਕਰਨ ਵਾਲੇ ਸੂਰਬੀਰਾਂ ਦੀ ਉਸਤਤ ਹਿੱਤ 2 ਵਾਰਾਂ ਲਿਖ ਦਿੰਦਾ ਹੈ। ਨਜਾਬਤ ਨੇ ਦੇਸ਼ ਭਗਤੀ ਨੂੰ ਵੀ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ, ਕਿਉਂਕਿ ਨਜਾਬਤ ਇੱਕ ਦੇਸ਼ ਭਗਤ ਕਵੀ ਸੀ ਅਤੇ ਉਸ ਦਾ ਹਿੱਤ ਇਸ ਧਰਤੀ ਦੀ ਖੁਸ਼ਹਾਲੀ ਨਾਲ ਜੁੜਿਆ ਸੀ। ਵਾਰਕਾਰ ਥਾਂ ਜਾਂ ਦੇਸ਼ ਲਈ ਕੁਰਬਾਨੀ ਕਰਨ ਵਾਲੇ ਸੂਰਮਿਆਂ ਦੀ ਪ੍ਰਸ਼ੰਸਾ ਕਰਦਾ ਹੋਇਆ ਲਿਖਦਾ ਹੈ, ਤੇ ਇੱਥੇ ਭੱਜਾਂ ਕੰਡ ਦੇ ਲੱਖ ਲਾਹਣਤ ਪਾਏ, ਪਰ ਸਿਰ ਦੇਣਾ ਮਨਜ਼ੂਰ ਹੈ ਜੇ ਹਿੰਦ ਨਾ ਜਾਏ। ਨਾਲ ਹੀ ਕਵੀ ਮੁਜ਼ੱਫਰ ਦੀ ਬਹਾਦਰੀ ਨੂੰ ਚਿਤਰਦਾ ਹੋਇਆ ਉਸ ਦੀ ਦੇਸ਼ ਲਈ ਕੀਤੀ ਕੁਰਬਾਨੀ ਨੂੰ ਵੀ ਅੱਖੋਂ ਓਲੇ ਨਹੀਂ ਕਰਦਾ। ਉਹ ਇੱਕ ਨਿਆਂ ਕਰਨ ਵਾਲਾ ਕਵੀ ਹੈ। ਉਹ ਲਿਖਦਾ ਹੈ, ਮੁਜ਼ੱਫਰ ਆਸਨੋਂ ਖਾਲੀ ਝੜਿਆ ਘੋੜਿਓਂ, ਮੱਛ ਪਿਆ ਵਿੱਚ ਜਾਲੀ, ਤੜਫੇ ਸੂਰਮਾ ਕਰਕੇ ਨਿਮਕ ਹਲਾਲੀ, ਗਿਆ ਚੁਗਤੀਆਂ ਪਰ ਰਸਮ ਸ਼ਹੀਦਾਂ ਵਾਲੀ, ਖੜਾ ਵਹਿਸ਼ਤ ਵਿੱਚ।
ਨਜਾਬਤ ਨੇ ਜਿੱਥੇ ਨਾਇਕ ਦੀ ਬਹਾਦਰੀ ਦਾ ਜ਼ਿਕਰ ਕੀਤਾ ਹੈ, ਉੱਥੇ ਉਹ ਦੂਜੀ ਧਿਰ ਭਾਵ ਖਲਨਾਇਕ ਦੇ ਗੁਣਾਂ ਤੇ ਵੀਰਤਾ ਨੂੰ ਵੀ ਅੱਖੋਂ ਓਹਲੇ ਨਹੀਂ ਕਰਦਾ। ਕਰਨਾਲ ਦੀ ਲੜਾਈ ਵਾਲੀ ਰਚਨਾ ਵਿੱਚ ਜਿੱਥੇ ਕਵੀ ਖਾਨ ਦੋਰਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦਾ ਹੈ, ਉੱਥੇ ਨਾਦਰ ਸ਼ਾਹ ਦੀ ਵੀਰਤਾ ਨੂੰ ਵੀ ਅੱਖੋਂ ਓਹਲੇ ਨਹੀਂ ਕਰਦਾ। ਵਾਰਕਾਰ ਖਾਨ ਦੋਰਾਂ ਤੇ ਨਾਦਰ ਸ਼ਾਹ ਦੇ ਰਣ ਭੂਮੀ ਵਿੱਚ ਪਏ ਭੇੜ ਨੂੰ ਇਸ ਤਰ੍ਹਾਂ ਚਿੱਤਰਦਾ ਹੈ। ਕਵੀ ਲਿਖਦਾ ਹੈ, ਲੋਹੇ ਨੂੰ ਲੋਹਾ ਝੱਲਿਆ, ਫਟਕਰੇ ਨਾ ਸੜਿਆ, ਜਿਉਂ ਤਿੱਤਰ ਮੂੰਹ ਬਾਜ ਦੇ ਵਿੱਚ ਚੁੰਗਲ ਅੜਿਆ। ਨਜਾਬਤ ਦੇ ਜੀਵਨ, ਉਸ ਦੀ ਰਚਨਾ ਦ੍ਰਿਸ਼ਟੀ ਤੋਂ ਬਾਅਦ ਜੇ ਅਸੀਂ ਨਜਾਬਤ ਦੀ ਵਾਰ ਦੀ ਕਲਾ ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਇਹ ਵਾਰ ਤਕਨੀਕੀ ਪੱਖੋਂ ਪੂਰੀ ਖਰੀ ਉਤਰਦੀ ਹੈ। ਵਾਰ ਦਾ ਆਰੰਭ ਨਜਾਬਤ ਨੇ ਮੰਗਲਾਚਰਨਾ ਕੀਤਾ ਹੈ। ਇਸ ਵਾਰ ਵਿੱਚ ਦਰਸਾਏ ਗਏ ਜੰਗ ਦਾ ਕਾਰਨ ਦੋ ਮਿਥਿਹਾਸਿਕ ਪਾਤਰਾਂ, ਇੱਕ ਕਲ ਤੇ ਨਾਰਦ ਦੀ ਆਪਸੀ ਲੜਾਈ ਹੈ ਤੇ ਕਲ ਦਾ ਨਾਦਰ ਸ਼ਾਹ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਉਕਸਾਉਣਾ ਹੈ। ਇਹ ਵਾਰ ਪੌੜੀ ਛੰਦ ਵਿੱਚ ਲਿਖੀ ਗਈ ਹੈ, ਪਰ ਸਾਰੀਆਂ ਪੌੜੀਆਂ ਦੀਆਂ ਤੁਕਾਂ ਇੱਕੋ ਜਿਹੀਆਂ ਨਹੀਂ ਹਨ। ਵਾਰ ਵਿੱਚ ਵਹਾਅ 'ਤੇ ਜ਼ੋਰ ਬਹੁਤ ਹੈ। ਜੇ ਆਪਾਂ ਇਸ ਵਾਰ ਦੀ ਭਾਸ਼ਾ ਦੀ ਗੱਲ ਕਰੀਏ ਤਾਂ ਨਜਾਬਤ ਦੀ ਨਾਦਰ ਸ਼ਾਹ ਦੀ ਵਾਰ ਦੀ ਭਾਸ਼ਾ ਠੇਠ ਪੰਜਾਬੀ ਹੈ, ਪਰ ਫਾਰਸੀ ਦੇ ਕੇਵਲ ਉਹੀ ਸ਼ਬਦ ਉਸਨੇ ਵਰਤੇ ਹਨ ਜੋ ਉਸ ਸਮੇਂ ਆਮ ਲੋਕ ਮੂੰਹਾਂ ਉੱਤੇ ਚੜ੍ਹ ਚੁੱਕੇ ਸਨ। ਭਾਵ ਆਮ ਲੋਕ ਭਾਸ਼ਾ ਵਿੱਚ ਵਰਤੇ ਗਏ ਫਾਰਸੀ ਦੇ ਸ਼ਬਦਾਂ ਨੂੰ ਉਸਨੇ ਪੰਜਾਬੀ ਭਾਸ਼ਾ ਵਿੱਚ ਸੁੰਦਰ ਰੂਪ ਵਿੱਚ ਵਰਤਿਆ ਹੈ। ਸ਼ਬਦ ਇੱਕ ਦੂਜੇ ਨਾਲ ਜੁੜੇ ਹੋਏ ਪ੍ਰਤੀਤ ਹੁੰਦੇ ਹਨ, ਜਿਸ ਨਾਲ ਵਾਰ ਦਾ ਜ਼ਰੂਰੀ ਤੱਤ ਜੋਸ਼ ਆਪ ਮੁਹਾਰੇ ਫੁੱਟਦਾ ਹੈ। ਕਵੀ ਨੇ ਸ਼ਬਦਾਂ ਰਾਹੀਂ ਰਣ ਭੂਮੀ ਦਾ ਦ੍ਰਿਸ਼ ਅੱਖਾਂ ਸਾਹਮਣੇ ਹੀ ਪੇਸ਼ ਕਰ ਦਿੱਤਾ ਹੈ। ਜਿਵੇਂ ਉਹ ਲਿਖਦਾ ਹੈ, ਖਾਨ ਦੋਰਾ ਘੋੜਾ ਛੇੜਿਆ, ਝੱਗ ਲਸ਼ਕਰ ਵੜਿਆ ਤੇ ਖੰਡਾ ਤਰੂ ਮਿਆਨ ਤੋਂ ਹੱਥ ਸੱਜੇ ਫੜਿਆ, ਉਸ ਗਰਮੀ ਖਾਧੀ ਐਰਨੋਂ ਰਤ ਮੰਗੇ ਸੜਿਆ, ਅੱਗੇ ਆਹਾ ਨਾਦਰ ਸ਼ਾਹ ਲੋ ਬਖਤਰ ਜੜਿਆ, ਉਸ ਸੱਟਾਂ ਸਿਰੋਂ ਸਿਰ ਮਾਰੀਆਂ ਨਾ ਰਹਿੰਦਾ ਅੜਿਆ, ਲੋਹੇ ਨੂੰ ਉਹ ਲੋਹਾ ਝੱਲਿਆ, ਫਟਕਰੇ ਨਾ ਸੜਿਆ, ਜੋ ਤਿੱਤਰ ਮੂੰਹ ਬਾਜ ਦੇ ਵਿੱਚ ਚੁੰਗਲ ਅੜਿਆ, ਘੁੱਸ ਪਲੰਗ ਨਿਹੰਗ ਦੇ ਮੂੰਹ ਅੰਦਰ ਵੜਿਆ। ਕਵੀ ਨੇ ਦ੍ਰਿਸ਼ਟੀਕੋਣ ਨੂੰ ਬੜੇ ਸਾਫ਼ ਢੰਗ ਨਾਲ ਪੇਸ਼ ਕੀਤਾ ਹੈ ਅਤੇ ਆਪਣੇ ਕਾਵਿ ਬਿਆਨ ਨੂੰ ਰਸ ਭਰਪੂਰ ਬਣਾਇਆ ਹੈ। ਚੰਡੀ ਦੇ ਵਾਰ ਤੋਂ ਮਗਰੋਂ ਨਾਦਰ ਸ਼ਾਹ ਦੀ ਵਾਰ ਨੂੰ ਦੂਜੀ ਚੰਗੀ ਵਾਰ ਦਾ ਦਰਜਾ ਪ੍ਰਾਪਤ ਹੈ। ਕਵੀ ਨੇ ਬੜੇ ਸੁੰਦਰ ਰੂਪਕਾਂ ਨੂੰ ਵਰਤਿਆ ਹੈ ਅਤੇ ਨਾਲ ਹੀ ਨਜਾਬਤ ਰੋਚਕ ਉਪਮਾਵਾਂ ਨੂੰ ਵੀ ਆਪਣੀ ਵਾਰ ਵਿੱਚ ਵਰਤਦਾ ਹੈ। ਉਹ ਦ੍ਰਿਸ਼ ਚਿੱਤਰਾਂ ਦਾ ਸਹਾਰਾ ਖੂਬਸੂਰਤੀ ਨਾਲ ਲੈਂਦਾ ਹੈ, ਨਾਲ ਹੀ ਉਹ ਦ੍ਰਿਸ਼ ਚਿੱਤਰਾਂ ਦਾ ਸ਼ਬਦ ਚਿੱਤਰਾਂ ਨਾਲ ਬੜਾ ਸੁੰਦਰ ਸੁਮੇਲ ਭਾਵ ਜੁੜਾਵ ਪੇਸ਼ ਕਰਦਾ ਹੈ। ਰਣ ਦੇ ਦ੍ਰਿਸ਼ ਇਸ ਨਾਲ ਸਾਕਾਰ ਹੋ ਕੇ ਅੱਖਾਂ ਸਾਹਮਣੇ ਆ ਜਾਂਦੇ ਹਨ। ਤਕਨੀਕੀ ਪੱਖੋਂ ਇਹ ਇੱਕ ਮਹਾਨ ਵੀਰ ਰਸੀ ਰਚਨਾ ਹੈ। ਵਾਰ ਦੇ ਕੁੱਲ 91 ਬੰਦ ਹਨ ਤੇ 92 ਬੰਦ ਦੀਆਂ ਕੇਵਲ 2 ਤੁਕਾਂ ਹਨ। ਨਾਦਰ ਸ਼ਾਹ ਦੀ ਵਾਰ ਪੌੜੀ ਛੰਦ ਵਿੱਚ ਲਿਖੀ ਹੈ। ਵਾਰ ਦਾ ਆਰੰਭ ਮੰਗਲਾਚਰਨ ਨਾਲ ਕੀਤਾ ਹੈ। ਕਵੀ ਦਾ ਸ਼ਬਦ ਭੰਡਾਰ ਬਹੁਤ ਹੀ ਅਮੀਰ ਅਤੇ ਉੱਚੇ ਦਰਜੇ ਦਾ ਹੈ। ਉਸਨੇ ਇੱਕੋ ਭਾਵ ਦੇ ਅਨੇਕਾਂ ਸ਼ਬਦ ਵਰਤੇ ਹਨ।
ਪੰਜਾਬੀ ਦੇ ਮੁਹਾਵਰਿਆਂ ਦੀ ਵੀ ਉਹ ਥਾਈਂ ਭਾਵ ਕਈ ਜਗ੍ਹਾ 'ਤੇ ਵਰਤੋਂ ਕਰਦਾ ਹੈ ਅਤੇ ਨਾਲ ਹੀ ਰਣ ਭੂਮੀ ਦੇ ਚੰਗੇ ਦ੍ਰਿਸ਼ਾਂ ਨੂੰ ਉਹ ਵਰਤਦਾ ਹੈ। ਜੇ ਅਸੀਂ ਸਮੁੱਚਾ ਅਧਿਐਨ ਕਰੀਏ, ਭਾਵ ਉਪਰੋਕਤ ਸਮੁੱਚੀ ਚਰਚਾ ਤੋਂ ਬਾਅਦ ਅੰਤ ਵਿੱਚ ਅਸੀਂ ਇਹ ਕਹਾਂਗੇ ਕਿ ਇਸ ਵਾਰ ਵਿਚਲੇ ਸ਼ਬਦ ਚਿੱਤਰ, ਜਨ ਸਧਾਰਨ ਦੀ ਭਾਸ਼ਾ, ਮੁਹਾਵਰੇ, ਦੇਸ਼ ਭਗਤੀ ਤੇ ਬਿਆਨ ਦੀ ਨਿਰਪੱਖਤਾ ਕਾਰਨ ਬੀਰ ਰਸੀ ਕਵਿਤਾ ਸਿਖਰ 'ਤੇ ਪਹੁੰਚਦੀ ਹੈ। ਨਜਾਬਤ ਨੇ ਦੋ ਪੁਰਾਣਿਕ ਪਾਤਰਾਂ ਕਲ ਤੇ ਨਾਰਦ ਦੀ ਆਪਸੀ ਲੜਾਈ ਨੂੰ ਇੰਨੇ ਕਲਾਮਈ ਢੰਗ ਨਾਲ ਬਿਆਨ ਕੀਤਾ ਹੈ ਕਿ ਉਸ ਤੋਂ ਮਗਰੋਂ ਕੋਈ ਵੀ ਵਾਰਤਕ ਇੰਨੇ ਸੁੰਦਰ ਢੰਗ ਨਾਲ ਜਾਂ ਕੋਈ ਹੋਰ ਵਾਰ ਇੰਨੇ ਸੁੰਦਰ ਢੰਗ ਨਾਲ ਬਿਆਨ ਨਹੀਂ ਕਰ ਸਕਿਆ। ਨਾਦਰ ਸ਼ਾਹ ਦੀ ਵਾਰ ਆਪਣੇ ਤੋਂ ਬਾਅਦ ਵਾਲੇ ਸਾਹਿਤਕਾਰਾਂ ਲਈ, ਵਾਰਕਾਰਾਂ ਲਈ ਇੱਕ ਪਥ ਪ੍ਰਦਰਸ਼ਕ ਵੀ ਹੈ। ਹੁਣ ਅਸੀਂ ਨਜਾਬਤ ਦੇ ਜੀਵਨ ਅਤੇ ਰਚਨਾ ਨਾਲ ਸੰਬੰਧਿਤ ਸੰਖੇਪ ਸਵਾਲ, ਓਬਜੈਕਟਿਵ ਟਾਈਪ ਕੁਐਸਚਨ, ਇਹਨਾਂ 'ਤੇ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਸਾਡਾ ਸਵਾਲ ਬਣੇਗਾ ਉਹ ਇਹ ਹੈ, ਨਜਾਬਤ ਦਾ ਜੀਵਨ ਸਮਾਂ। ਇਸ ਦਾ ਜਵਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਮਾਂ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਮਾਂ ਨਜਾਬਤ ਦਾ ਜੀਵਨ ਸਮਾਂ ਸੀ। ਜੋ ਦੂਜਾ ਕੁਐਸਚਨ ਬਣਦਾ ਹੈ, ਨਜਾਬਤ ਦਾ ਸੰਬੰਧ ਕਿਸ ਬਰਾਦਰੀ ਨਾਲ ਸੀ, ਭਾਵ ਨਜਾਬਤ ਦਾ ਜਨਮ ਕਿਹੜੇ ਪਰਿਵਾਰ, ਕਿਹੜੀ ਬਰਾਦਰੀ ਵਿੱਚ ਹੋਇਆ। ਇਸ ਦਾ ਜਵਾਬ ਹੈ ਹਰਲ ਰਾਜਪੂਤ ਬਿਰਾਦਰੀ ਨਾਲ। ਕੀ ਜਵਾਬ ਹੈ? ਹਰਲ ਰਾਜਪੂਤ ਬਿਰਾਦਰੀ ਨਾਲ। ਜੋ ਅਗਲਾ ਸਵਾਲ ਬਣੇਗਾ, ਵਿਦਵਾਨ ਨਜਾਬਤ ਦੀ ਰਚਨਾ ਨੂੰ ਹੋਰ ਕਿਸ ਕਵੀ ਦੀ ਰਚਨਾ ਵੀ ਮੰਨਦੇ ਹਨ, ਜਿਸ ਬਾਰੇ ਇੱਕ ਭੰਬਲ ਭੁੱਸਾ ਹੈ। ਥੋੜ੍ਹਾ ਵਿਦਵਾਨਾਂ ਦੇ ਵਿੱਚ ਹੋਰ ਵੀ ਤਰ੍ਹਾਂ ਦੇ ਮਤ ਹਨ। ਉਹ ਹੈ ਸ਼ਾਹ ਚਿਰਾਗ ਦੀ ਰਚਨਾ। ਕਿਸ ਦੀ ਰਚਨਾ? ਸ਼ਾਹ ਚਿਰਾਗ ਅਵਾਨ ਦੀ ਰਚਨਾ। ਅਗਲਾ ਸਵਾਲ ਜੋ ਬਣੇਗਾ, ਨਜਾਬਤ ਦਾ ਪਰਿਵਾਰ ਕਿਸ ਖੇਤਰ ਵਿੱਚ ਰਹਿੰਦਾ ਸੀ। ਇਸ ਦਾ ਜਵਾਬ ਹੈ ਸ਼ਾਹਪੁਰ, ਜ਼ਿਲ੍ਹਾ ਮਟੀਲਾ ਹਰਲਾ, ਜੋ ਕਿ ਹੁਣ ਜਗ੍ਹਾ ਪਾਕਿਸਤਾਨ ਵਿੱਚ ਹੈ। ਦੁਬਾਰਾ ਫਿਰ ਮੈਂ ਰਿਪੀਟ ਕਰਦਾ ਹਾਂ, ਨਜਾਬਤ ਦਾ ਪਰਿਵਾਰ ਕਿਸ ਖੇਤਰ ਵਿੱਚ ਰਹਿੰਦਾ ਸੀ। ਇਸ ਦਾ ਉੱਤਰ ਹੈ ਸ਼ਾਹਪੁਰ, ਜ਼ਿਲ੍ਹਾ ਮਟੀਲਾ ਹਰਲਾ, ਹੁਣ ਪਾਕਿਸਤਾਨ ਵਿੱਚ। ਅਗਲਾ ਸਾਡਾ ਸਵਾਲ ਹੈ, ਨਜਾਬਤ ਦੀ ਪ੍ਰਸਿੱਧ ਵਾਰ ਦਾ ਨਾਂ ਲਿਖੋ। ਨਾਦਰ ਸ਼ਾਹ ਦੀ ਵਾਰ। ਇਹ ਆਪ ਸਭ ਜਾਣਦੇ ਹੋ ਕਿ ਨਾਦਰ ਸ਼ਾਹ ਦੀ ਵਾਰ। ਪੰਜਾਬੀ ਦੇ ਨਾਲ ਨਾਲ ਨਜਾਬਤ ਕਿਸ ਬੋਲੀ ਉੱਤੇ, ਭਾਵ ਉਹ ਕਿਹੜੀ ਭਾਸ਼ਾ ਨੂੰ ਵੀ ਆਪਣੀ ਬੋਲੀ ਦਾ ਹਿੱਸਾ ਬਣਾਉਂਦਾ ਹੈ? ਫਾਰਸੀ। ਕਿਉਂਕਿ ਫਾਰਸੀ ਦੇ ਕੁਝ ਸ਼ਬਦ ਪੰਜਾਬੀ ਨਾਲ ਰਲਾ ਕੇ ਉਸਨੇ ਆਪਣੀ ਵਾਰ ਵਿੱਚ ਲਏ ਹਨ। ਇੱਕ ਹੋਰ ਜੋ ਕੁਐਸਚਨ ਬਣੇਗਾ, ਨਜਾਬਤ ਕਿਸ ਕਾਵਿਧਾਰਾ ਦਾ ਕਵੀ ਹੈ? ਬੀਰ ਕਾਵਿਧਾਰਾ ਦਾ। ਕਿਸ ਕਾਵਿਧਾਰਾ ਦਾ ਕਵੀ ਹੈ? ਬੀਰ ਕਾਵਿਧਾਰਾ ਦਾ। ਨਾਦਰ ਸ਼ਾਹ, ਕਰਨਾਲ ਦੀ ਲੜਾਈ, ਕਲ ਤੇ ਨਾਰਦ, ਸੰਨਿਆਸੀਆਂ ਨੇ ਈਰਾਨੀ ਮਾਰਨੇ ਕਿਸ ਦੀ ਰਚਨਾ ਹੈ? ਇਸ ਦਾ ਜਵਾਬ ਹੈ ਨਜਾਬਤ ਦੀ ਰਚਨਾ। ਕਿਸ ਦੀ ਰਚਨਾ ਹੈ? ਨਜਾਬਤ ਦੀ ਰਚਨਾ। ਧੰਨਵਾਦ ਜੀ।